हाँ जी, स्वागत है ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਐਗਜ਼ਾਮ ਸਟੱਡੀ ਵਿਦ ਜੋਬ ਅਲਰਟ ਤੇ। ਸੋ ਅੱਜ ਦੀ ਅਗਲੀ ਕਲਾਸ ਜਿਹੜੀ ਆਪਾਂ ਭਾਗ 10 ਲੈ ਕੇ ਆਏ ਹਾਂ, ਪੰਜਾਬ ਫੋਰੈਸਟ ਗਾਰਡ। ਪੰਜਾਬ ਦੇ ਵਿੱਚ ਜੋ ਵੈਕੈਂਸੀਆਂ ਆਊਟ ਹੋਈਆਂ ਨੇ ਤਾਂ ਕੁਝ ਦਿਨ ਪਹਿਲਾਂ ਇਹਦਾ ਸਿਲੇਬਸ ਜਿਹੜਾ ਆਊਟ ਕਰ ਦਿੱਤਾ ਗਿਆ ਹੈ। ਸਿਲੇਬਸ ਦੇ ਅਕੋਰਡਿੰਗ ਜੀਕੇ ਦੀ ਕਲਾਸ ਜਿਹੜੀ ਆਪਾਂ ਸਟਾਰਟ ਕਰੀ ਹੋਈ ਹੈ, ਜਿਹਦੇ ਵਿੱਚ ਜਿਓਗ੍ਰਾਫੀ, ਹਿਸਟਰੀ, ਪੋਲਿਟੀ ਸਾਰੇ ਜੀਕੇ ਦੇ ਕੁਐਸਚਨ ਨੇ ਅਤੇ 30 ਮਾਰਕਸ ਦੀ ਜੀਕੇ ਜਿਹੜੀ ਤੁਹਾਨੂੰ ਇਸ ਐਗਜ਼ਾਮ ਦੇ ਵਿੱਚ ਪੁੱਛੀ ਜਾਏਗੀ। ਤਾਂ ਪਹਿਲੀ ਵਾਰ ਚੈਨਲ ਤੇ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲ ਤੇ ਪ੍ਰੈਸ ਜ਼ਰੂਰ ਕਰ ਲਿਓ ਤਾਂ ਤੁਹਾਨੂੰ ਸਮੇਂ ਸਿਰ ਕਲਾਸ ਦੀ ਅਪਡੇਟ ਜਿਹੜੀ ਮਿਲਦੀ ਰਹੇ। ਪਹਿਲਾਂ ਵਾਲੇ ਭਾਗ ਚੈਨਲ ਦੀ ਪਲੇਲਿਸਟ ਵਿੱਚ ਜਾ ਕੇ ਰੀਡ ਕਰ ਲਿਓ ਜਾਂ ਫਿਰ ਵੀਡੀਓ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਹੋਇਆ ਹੈ, ਉੱਥੇ ਜਾ ਕੇ ਰੀਡ ਕਰ ਸਕਦੇ ਹੋ। ਤਾਂ ਸਟਾਰਟ ਕਰਦੇ ਹਾਂ ਜੀ ਅਗਲੇ MCQ ਪ੍ਰਸ਼ਨ ਉੱਤਰ। ਤਾਂ ਪ੍ਰਸ਼ਨ ਨੰਬਰ 136 ਤੋਂ ਸਟਾਰਟ ਕਰਾਂਗੇ। ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਦੇ ਵਿੱਚ ਪਹਿਲੀ ਵਾਰ ਸੰਸ਼ੋਧਨ ਜਾਂ ਸੋਧ ਕਦੋਂ ਕੀਤੀ ਗਈ ਸੀ? 1951, 1971, 1976 ਜਾਂ 1956 ਦੇ ਵਿੱਚ। ਤਾਂ ਭਾਰਤੀ ਸੰਵਿਧਾਨ ਜਿਹੜੀ ਪ੍ਰਸਤਾਵਨਾ ਸੀ ਤਾਂ ਇਹਦੇ ਵਿੱਚ ਪਹਿਲੀ ਵਾਰ ਸੰਸ਼ੋਧਨ ਹੈ ਜਿਹੜਾ 1976 ਦੇ ਵਿੱਚ ਕੀਤਾ ਗਿਆ ਸੀ। ਆਪਸ਼ਨ ਈ ਡੀ ਰਾਈਟ ਆਨਸਰ ਆਏਗਾ। ਸੋ ਨਾਲ ਦੀ ਨਾਲ ਕਮੈਂਟ ਜ਼ਰੂਰ ਕਰ ਦਿਆ ਕਰੋ, ਗਲਤ ਹੋ ਜਾਏਗਾ ਕੋਈ ਗੱਲ ਨਹੀਂ, ਅਤੇ ਅੱਗੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਆਡੀਅנס ਆਪਣੇ ਨਾਲ ਜੁੜ ਸਕੇ। ਅਗਲਾ ਪ੍ਰਸ਼ਨ ਹੈ, ਭਾਰਤ ਦੀ ਪਹਿਲੀ ਬਹੁ ਉਪਦੇਸ਼ੀ ਪਰਿਯੋਜਨਾ ਦਾ ਨਿਰਮਾਣ ਕਿਹੜੀ ਨਦੀ 'ਤੇ ਹੈ ਜਿਹੜਾ ਕੀਤਾ ਗਿਆ ਸੀ? ਗੰਗਾ 'ਤੇ, ਚੰਬਲ 'ਤੇ, ਗੋਦਾਵਰੀ 'ਤੇ ਜਾਂ ਦਮੋਦਰ 'ਤੇ? ਤਾਂ ਭਾਰਤ ਦੀ ਪਹਿਲੀ ਜਿਹੜੀ ਬਹੁ ਉਪਦੇਸ਼ੀ ਪਰਿਯੋਜਨਾ ਸੀ ਤਾਂ ਇਸ ਦਾ ਜਿਹੜਾ ਨਿਰਮਾਣ ਸੀਗਾ ਉਹ ਦਮੋਦਰ ਨਦੀ 'ਤੇ ਕੀਤਾ ਗਿਆ ਸੀਗਾ। ਆਪਸ਼ਨ ਸਾਡਾ ਰਾਈਟ ਆਨਸਰ ਆਏਗਾ। ਇਸ ਤੋਂ ਇਲਾਵਾ ਨੰਗਲ ਡੈਮਾਂ 'ਤੇ ਕੁਐਸਚਨ ਹੈ ਜਿਹੜੇ ਪੁੱਛ ਲਏ ਜਾਂਦੇ ਆ, ਜਿਵੇਂ ਭਾਖੜਾ ਨੰਗਲ ਪਰਿਯੋਜਨਾ ਸੀ ਜਿਹੜੀ, ਇਹਦਾ ਜਿਹੜਾ ਨਿਰਮਾਣ ਸੀਗਾ ਸਤਲੁਜ ਨਦੀ ਜੋ ਪੰਜਾਬ 'ਚ ਹੈ ਇਹ 'ਤੇ ਹੋਇਆ ਸੀ। ਦਮੋਦਰ ਘਾਟੀ ਪਰਿਯੋਜਨਾ, ਦਮੋਦਰ ਨਦੀ ਪੱਛਮੀ ਬੰਗਾਲ। ਹੀਰਾਕੁੰਡ ਪਰਿਯੋਜਨਾ ਇਹ ਮਹਾਨਦੀ ਜੋ ਉੜੀਸਾ 'ਚ ਹੈ। ਚੰਬਲ ਪਰਿਯੋਜਨਾ ਚੰਬਲ ਨਦੀ 'ਤੇ। ਇਸ ਤੋਂ ਇਲਾਵਾ ਟੀਰੀ ਡੈਮ ਪਰਿਯੋਜਨਾ ਇਹ ਭਾਗੀਰਥੀ ਨਦੀ ਹੈ ਜੋ ਉੱਤਰਾਖੰਡ 'ਚ ਹੈ। ਇਸ ਤੋਂ ਇਲਾਵਾ ਰਣਜੀਤ ਸਾਗਰ ਡੈਮ ਪਰਿਯੋਜਨਾ ਰਾਵੀ ਨਦੀ ਪੰਜਾਬ 'ਚ। ਸਤਲੁਜ ਪਰਿਯੋਜਨਾ ਚਨਾਬ ਨਦੀ ਜੰਮੂ ਕਸ਼ਮੀਰ 'ਚ। ਪਨਾਮਾ ਪਰਿਯੋਜਨਾ 'ਤੇ ਪੁੱਛ ਲਿਆ ਜਾਂਦਾ ਹੈ ਤਾਂ ਪਨਾਮਾ ਨਦੀ ਜੋ ਗੁਜਰਾਤ 'ਚ ਹੈ। ਇਸ ਤੋਂ ਇਲਾਵਾ ਪੌਂਗ ਡੈਮ ਬਿਆਸ ਨਦੀ ਪੰਜਾਬ 'ਚ। ਥੀਨ ਡੈਮ ਰਾਵੀ ਨਦੀ ਪੰਜਾਬ 'ਚ। ਸੋ ਇਹਨਾਂ ਦੇ ਕੁਐਸਚਨ ਹੈ ਜਿਹੜੇ ਅਕਸਰ ਐਗਜ਼ਾਮ ਦੇ ਵਿੱਚ ਪੁੱਛੇ ਜਾਂਦੇ ਆ। ਅਗਲਾ ਪ੍ਰਸ਼ਨ ਹੈ, ਦੱਖਣੀ ਭਾਰਤ ਵਿੱਚ ਸਭ ਤੋਂ ਵੱਧ ਚਾਹ ਪੈਦਾ ਕਰਨ ਵਾਲਾ ਰਾਜ ਕਿਹੜਾ ਹੈ? ਦੱਖਣੀ ਭਾਰਤ ਵਿੱਚ ਪੁੱਛਿਆ ਗਿਆ। ਕੇਰਲਾ, ਕਰਨਾਟਕ, ਤਮਿਲਨਾਡੂ ਜਾਂ ਫਿਰ ਆਂਧਰਾ ਪ੍ਰਦੇਸ਼? ਤਾਂ ਦੱਖਣੀ ਭਾਰਤ ਦੇ ਵਿੱਚ ਸਭ ਤੋਂ ਵੱਧ ਚਾਹ ਪੈਦਾ ਕਰਨ ਵਾਲਾ ਜਿਹੜਾ ਰਾਜ ਹੈ ਉਹ ਤਮਿਲਨਾਡੂ ਹੈ। ਆਪਸ਼ਨ ਈ ਡੀ ਸਾਡਾ ਰਾਈਟ ਆਨਸਰ ਜਿਹੜਾ ਆਏਗਾ। ਇਸ ਤੋਂ ਇਲਾਵਾ ਸਭ ਤੋਂ ਜ਼ਿਆਦਾ ਪੈਦਾਵਾਰ ਹੈ ਜਿਹੜੀ ਉਹ ਚਾਹ ਦੀ ਅਸਾਮ ਦੇ ਵਿੱਚ ਹੁੰਦੀ ਹੈ ਅਤੇ ਚਾਹ ਦੇ ਉਤਪਾਦਨ ਵਿੱਚ ਭਾਰਤ ਦਾ ਦੁਨੀਆ ਵਿੱਚ ਪਹਿਲਾ ਸਥਾਨ ਹੈ। ਭਾਰਤ ਦਾ ਦੁਨੀਆ ਦਾ ਸਭ ਤੋਂ ਵੱਡਾ ਚਾਹ ਨਿਰਯਾਤਕ, ਉਤਪਾਦਕ ਅਤੇ ਖਪਤਕਾਰ ਦੇਸ਼ ਹੈ। ਜਿਹੜਾ ਨਿਰਯਾਤ ਵੀ ਕਰਦਾ ਹੈ, ਉਤਪਾਦਨ ਵੀ ਕਰਦਾ ਹੈ ਅਤੇ ਖਪਤ ਵੀ ਕਰਦਾ ਹੈ। ਅਤੇ ਪ੍ਰਤੀ ਹੈਕਟੇਅਰ ਸਭ ਤੋਂ ਵੱਧ ਚਾਹ ਜਿਹੜੀ ਸ਼੍ਰੀਲੰਕਾ ਉਤਪਾਦਨ ਕਰਦਾ ਹੈ। ਸਭ ਤੋਂ ਵੱਧ ਚਾਹ ਭਾਰਤ ਹੈ ਜਿਹੜਾ ਉਹ ਇੰਗਲੈਂਡ ਨੂੰ ਨਿਰਯਾਤ ਕਰਦਾ ਹੈ। ਸੋ ਇਹਨਾਂ 'ਤੇ ਕੋਈ ਵੀ ਕੁਐਸਚਨ ਪੁੱਛਿਆ ਜਾਂਦਾ ਹੈ ਤਾਂ ਇੱਕ ਕੁਐਸਚਨ ਬਣਿਆ ਬਣਾਇਆ ਸੀ, ਦੱਖਣੀ ਭਾਰਤ ਵਿੱਚ ਸਭ ਤੋਂ ਵੱਧ ਚਾਹ ਪੈਦਾ ਕਰਨ ਵਾਲਾ ਰਾਜ ਉਹ ਆ ਗਿਆ ਤਾਮਿਲਨਾਡੂ। ਅਗਲਾ ਪ੍ਰਸ਼ਨ ਹੈ, ਭਾਰਤ ਦੇ ਵਿੱਚ ਆਪਰੇਸ਼ਨ ਫਲੱਡ ਦੀ ਸ਼ੁਰੂਆਤ ਹੈ ਜਿਹੜੀ ਕਦੋਂ ਹੋਈ ਸੀ? ਕਿਹੜੇ ਈਅਰ ਦੇ ਵਿੱਚ ਹੋਈ ਸੀ? 1951, 1970, 1978 ਜਾਂ ਫਿਰ 1966 ਦੇ ਵਿੱਚ? ਤਾਂ ਭਾਰਤ ਦੇ ਵਿੱਚ ਜੋ ਆਪਰੇਸ਼ਨ ਫਲੱਡ ਸੀਗਾ ਤਾਂ ਇਹਦੀ ਜਿਹੜੀ ਸ਼ੁਰੂਆਤ ਸੀ 1970 ਦੇ ਵਿੱਚ ਹੋਈ ਸੀ। ਆਪਸ਼ਨ ਆੜਾ ਸਾਡਾ ਰਾਈਟ ਆਨਸਰ ਆਏਗਾ। ਆਪਰੇਸ਼ਨ ਫਲੱਡ ਦਾ ਜਿਹੜਾ ਸੰਬੰਧ ਹੈ, ਕਈ ਵਾਰ ਇਹ ਪੁੱਛ ਲਿਆ ਜਾਂਦਾ ਹੈ ਕਿ ਆਪਰੇਸ਼ਨ ਫਲੱਡ ਦਾ ਸੰਬੰਧ ਕਿਸ ਨਾਲ ਹੈ? ਤਾਂ ਇਹਦਾ ਸੰਬੰਧ ਸੀਗਾ ਜਿਹੜਾ ਸਫੈਦ ਕ੍ਰਾਂਤੀ ਨਾਲ ਸੀ, ਯਾਨੀ ਕਿ ਦੁੱਧ ਉਤਪਾਦਨ ਦੇ ਨਾਲ ਸੀ, ਅਤੇ ਇਹਦੀ ਸ਼ੁਰੂਆਤ ਸੀ ਜਿਹੜੀ 1970 ਦੇ ਵਿੱਚ ਹੋਈ ਸੀ। ਆਪਸ਼ਨ ਆੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਮੰਗਲਾ ਨਾਮਕ ਤੇਲ ਖੂਹ ਕਿਹੜੇ ਪ੍ਰਦੇਸ਼ ਦੇ ਵਿੱਚ ਨੇ? ਮੰਗਲਾ ਜਿਹੜਾ ਤੇਲ ਖੂਹ ਦਾ ਨਾਮ ਹੈ ਅਸਾਮ, ਗੁਜਰਾਤ, ਮਹਾਰਾਸ਼ਟਰ ਜਾਂ ਫਿਰ ਰਾਜਸਥਾਨ ਦੇ ਵਿੱਚ?
ਤਾਂ ਮੰਗਲਾ ਨਾਮਕ ਜਿਹੜਾ ਤੇਲ ਖੂਹ ਹੈ ਇਹ ਰਾਜਸਥਾਨ ਦੇ ਵਿੱਚ ਹੈ। ਆਪਸ਼ਨ ਸੱਸਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਭਾਰਤ ਦੀ ਇੱਕੋ ਇੱਕ ਮੁਕਤ ਵਪਾਰ ਬੰਦਰਗਾਹ ਕਿਹੜੀ ਹੈ? ਪਾਰਾਦੀਪ, ਕੋਚੀ, ਕਾਂਡਲਾ ਜਾਂ ਫਿਰ ਤੂਤੀਕੋਰਨ। ਤਾਂ ਭਾਰਤ ਦੀ ਪੁੱਛਿਆ ਗਿਆ ਇੱਕੋ ਇੱਕ ਮੁਕਤ ਵਪਾਰ ਜਿਹੜੀ ਬੰਦਰਗਾਹ ਹੈ ਉਹ ਕਾਂਡਲਾ ਗੀ। ਆਪਸ਼ਨ ਏ ਡੀ। ਕਾਂਡਲਾ ਬੰਦਰਗਾਹ ਜਿਹੜੀ ਗੁਜਰਾਤ ਦੇ ਵਿੱਚ ਹੈ ਅਤੇ ਅਰਬ ਸਾਗਰ ਦੇ ਕੰਢੇ 'ਤੇ ਸਥਿਤ ਹੈ ਅਤੇ ਇਸ ਨੂੰ ਜਿਹੜਾ ਜਵਾਰੀਆ ਬੰਦਰਗਾਹ ਵੀ ਕਿਹਾ ਜਾਂਦਾ ਹੈ ਜਾਂ ਇਹ ਇੱਕ ਜਿਹੜੀ ਜਵਾਰੀਆ ਬੰਦਰਗਾਹ ਵੀ ਹੈ। ਤਾਂ ਕਈ ਵਾਰ ਕਨਫਿਊਜ਼ ਕਰਨ ਵਾਸਤੇ ਜਵਾਰੀਆ ਬੰਦਰਗਾਹ ਕੁਐਸਚਨ ਦੇ ਵਿੱਚ ਪਾ ਦਿੱਤੀ ਜਾਂਦੀ ਹੈ ਕਿ ਜਵਾਰੀਆ ਬੰਦਰਗਾਹ ਕੀ ਹੈ ਜਾਂ ਜਵਾਰੀਆ ਕੀ ਹੈ। ਤਾਂ ਇੱਕ ਬੰਦਰਗਾਹ ਹੈ। ਤਾਂ ਆਪਸ਼ਨ ਈ ਡੀ ਹੈ ਜਿਹੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਮਹਾਤਮਾ ਬੁੱਧ ਦੇ ਧਾਰਮਿਕ ਵਿਚਾਰ ਅਤੇ ਵਚਨ ਇਹ ਕਿਹੜੇ ਗ੍ਰੰਥ ਵਿੱਚ ਦਰਜ ਨੇ? ਜਾਤਕ ਕਥਾਵਾਂ, ਸੁੱਤ ਪਟਿਕ ਜਾਂ ਇਹਨਾਂ 'ਚੋਂ ਕੋਈ ਨਹੀਂ ਜਾਂ ਫਿਰ ਵਿਨੇ ਪਟਿਕ ਦੇ ਵਿੱਚ। ਤਾਂ ਮਹਾਤਮਾ ਬੁੱਧ ਦੇ ਜੋ ਧਾਰਮਿਕ ਵਿਚਾਰ ਨੇ ਅਤੇ ਵਚਨ ਨੇ ਤਾਂ ਇਹ ਸੁੱਤ ਪਟਿਕ ਗ੍ਰੰਥ ਦੇ ਵਿੱਚ ਦਰਜ ਨੇ। ਆਪਸ਼ਨ ਆੜਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਦੋਨਾਂ ਸਦਨਾਂ ਦਾ ਸੰਯੁਕਤ ਅਧਿਵੇਸ਼ਨ ਦੀ ਬੈਠਕ ਕਿਹੜੇ ਅਨੁਛੇਦ ਰਾਹੀਂ ਬੁਲਾਈ ਜਾਂਦੀ ਹੈ? 133, 108, 121 ਜਾਂ ਫਿਰ 333। ਤਾਂ ਇਹ ਅਨੁਛੇਦ ਹੈ ਜੀ ਅਨੁਛੇਦ 108। ਇਸ ਦੇ ਤਹਿਤ ਹੈ ਦੋਨਾਂ ਸਦਨਾਂ ਦੀ ਸੰਯੁਕਤ ਬੈਠਕ ਸੰਯੁਕਤ ਅਧਿਵੇਸ਼ਨ ਦੀ ਜਿਹੜੀ ਬੈਠਕ ਹੈ ਉਹ ਬੁਲਾਈ ਜਾਂਦੀ ਹੈ। ਆਪਸ਼ਨ ਆੜਾ ਰਾਈਟ ਆਨਸਰ ਆਏਗਾ। ਸੋ ਕੋਈ ਵੀ ਵਿਵਾਦ ਅਤੇ ਸੰਯੁਕਤ ਬੈਠਕ ਜਿਹੜੀ ਬੁਲਾਈ ਜਾਂਦੀ ਹੈ ਅਤੇ ਬੁਲਾਉਣ ਦਾ ਜਿਹੜਾ ਅਧਿਕਾਰ ਹੈ ਉਹ ਰਾਸ਼ਟਰਪਤੀ ਕੋਲ ਹੁੰਦਾ ਹੈ। ਇਸ ਦੇ ਬੈਠਕ ਦੀ ਜਿਹੜੀ ਪ੍ਰਧਾਨਗੀ ਹੈ ਉਹ ਲੋਕ ਸਭਾ ਦਾ ਸਪੀਕਰ ਕਰਦਾ ਹੈ। ਹੁਣ ਤੱਕ ਜਿਹੜੀ ਦੋਨਾਂ ਸਦਨਾਂ ਦੀ ਸੰਯੁਕਤ ਬੈਠਕ ਹੈ ਜਿਹੜੀ 3 ਵਾਰ ਬੁਲਾਈ ਜਾ ਚੁੱਕੀ ਹੈ 1996, 1998 ਅਤੇ 2002 ਦੇ ਵਿੱਚ। ਸੋ ਹੁਣ ਇਹਦੇ ਵਿੱਚੋਂ ਅਨੁਛੇਦ ਪੁੱਛਿਆ ਗਿਆ ਵੀ ਦੋਵੇਂ ਸਦਨਾਂ ਦੀ ਸੰਯੁਕਤ ਅਧਿਵੇਸ਼ਨ ਦੀ ਬੈਠਕ ਕਿਹੜੇ ਅਨੁਛੇਦ ਰਾਹੀਂ ਬੁਲਾਈ ਜਾਂਦੀ ਹੈ। ਇੱਕ ਕੁਐਸਚਨ ਤਾਂ ਇਹ ਬਣਿਆ ਬਣਾਇਆ ਹੈ 108 ਅਨੁਛੇਦ ਆ ਗਿਆ ਅਤੇ ਇਹ ਬੈਠਕ ਬੁਲਾਉਣ ਦਾ ਅਧਿਕਾਰ ਕਿਸ ਕੋਲ ਹੈ? ਇੱਕ ਕੁਐਸਚਨ ਇਹ ਬਣਦਾ ਹੈ ਤਾਂ ਰਾਸ਼ਟਰਪਤੀ ਕੋਲ। ਇਸ ਬੈਠਕ ਦੀ ਪ੍ਰਧਾਨਗੀ ਕੌਣ ਕਰਦਾ ਹੈ? ਤੀਸਰਾ ਕੁਐਸਚਨ ਇਹ ਬਣਦਾ ਹੈ ਤਾਂ ਲੋਕ ਸਭਾ ਦਾ ਸਪੀਕਰ। ਅਤੇ ਹੁਣ ਤੱਕ ਗਿਣਤੀ ਦੇ ਵਿੱਚ ਪੁੱਛ ਲਿਆ ਜਾਂਦਾ ਕਿੰਨੇ ਵਾਰ ਇਹ ਬੈਠਕ ਬੁਲਾਈ ਜਾ ਚੁੱਕੀ ਹੈ? 1 ਵਾਰ, 2 ਵਾਰ, 3 ਵਾਰ, 4 ਵਾਰ ਇਸ ਤਰ੍ਹਾਂ ਦੀਆਂ ਆਪਸ਼ਨ ਆਉਣਗੀਆਂ। ਤਾਂ 3 ਵਾਰ ਬੁਲਾਈ ਜਾ ਚੁੱਕੀ ਹੈ। ਅਗਰ ਈਅਰ ਪੁੱਛ ਲਿਆ ਜਾਂਦਾ ਕਿਹੜੇ ਈਅਰ ਨੇ? 1996, 1998 ਅਤੇ 2002। ਤਾਂ ਇਹਦੇ ਵਿੱਚੋਂ ਇਹ ਸਾਰੇ ਕੁਐਸਚਨ ਹੈ ਜਿਹੜੇ ਇਹ ਬਣਦੇ ਆ। ਨਾਲ ਦੀ ਨਾਲ ਨੋਟ ਜ਼ਰੂਰ ਕਰ ਲਿਆ ਕਰੋ। ਅਗਲਾ ਪ੍ਰਸ਼ਨ ਹੈ ਹਿਮਾਲਿਆ ਪਰਬਤ ਦਾ ਜਨਮ ਕਿਹੜੇ ਸਮੁੰਦਰ ਤੋਂ ਹੋਇਆ ਹੈ? ਤਾਂ ਨੀਚੇ ਆਪਸ਼ਨਾਂ ਨੇ ਟੈਥੀਜ, ਪ੍ਰਸ਼ਾਂਤ ਮਹਾਸਾਗਰ, ਅੰਧ ਮਹਾਸਾਗਰ ਜਾਂ ਇਹ ਧਾਰਨਾ ਗਲਤ ਹੈ। ਤਾਂ ਹਿਮਾਲਿਆ ਪਰਬਤ ਦਾ ਜਿਹੜਾ ਜਨਮ ਹੈ ਇਹ ਟੈਥੀਜ ਸਮੁੰਦਰ ਤੋਂ ਹੋਇਆ ਹੈ। ਆਪਸ਼ਨ ਊੜਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਮਹਾਤਮਾ ਗਾਂਧੀ ਦੀ ਉਪਾਧੀ ਦਿੱਤੀ ਗਈ ਕਿਸ ਦੇ ਦੁਆਰਾ ਦਿੱਤੀ ਗਈ ਸੀ? ਮਹਾਤਮਾ ਗਾਂਧੀ ਦੁਆਰਾ, ਵੀਰ ਸਲਿੰਗਮ ਦੁਆਰਾ, ਜੋਤੀਬਾ ਫੂਲੇ ਦੇ ਦੁਆਰਾ ਜਾਂ ਊੜਾ ਅਤੇ ਈੜੀ ਦੋਨਾਂ ਦੇ ਦੁਆਰਾ। ਤਾਂ ਇਹਦਾ ਜਿਹੜਾ ਰਾਈਟ ਆਨਸਰ ਬਣਦਾ ਹੈ ਉਹ ਆਪਸ਼ਨ ਸੱਸਾ ਬਣਦਾ ਹੈ ਊੜਾ ਅਤੇ ਈੜੀ। ਤਾਂ ਦਲਿਤ ਵਰਗ ਦੇ ਸੁਧਾਰ ਲਈ ਸੰਘਰਸ਼ ਕਰਨ ਵਾਲੇ ਸੀ ਜਿਹੜੇ ਉਹ ਜੋਤੀਬਾ ਫੂਲੇ ਸੀ ਜਿਹੜੇ ਪਹਿਲੇ ਮਹਾਨ ਸਮਾਜਿਕ ਸੁਧਾਰਕ ਵੀ ਹੋਏ ਨੇ। ਅਤੇ ਡਾਕਟਰ ਬੀ ਆਰ ਅੰਬੇਦਕਰ ਅਤੇ ਮਹਾਤਮਾ ਗਾਂਧੀ ਦਾ ਇਹਨਾਂ ਨੂੰ ਅਗਵਾਗਨ ਜਿਹੜਾ ਮੰਨਿਆ ਗਿਆ। ਜੋਤੀਬਾ ਫੂਲੇ ਨੂੰ ਮਹਾਤਮਾ ਗਾਂਧੀ ਨੇ ਅਸਲ ਮਹਾਤਮਾ ਵੀ ਕਿਹਾ ਅਤੇ ਵੀਰ ਸਾਵਰਕਰ ਜੋ ਹੋਏ ਨੇ ਇਹਨਾਂ ਨੇ ਸਮਾਜਿਕ ਕ੍ਰਾਂਤੀਕਾਰੀ ਦਾ ਨਾਂ ਦਿੱਤਾ ਸੀ। ਇਸ ਤੋਂ ਇਲਾਵਾ ਰਵਿੰਦਰਨਾਥ ਟੈਗੋਰ ਨੇ ਮਹਾਤਮਾ ਗਾਂਧੀ ਨੂੰ ਮਹਾਤਮਾ ਦੀ ਜਿਹੜੀ ਉਪਾਧੀ ਆ ਉਹ ਦਿੱਤੀ ਸੀ। ਮਹਾਤਮਾ ਗਾਂਧੀ ਦੇ ਜਿਹੜੇ ਗੁਰੂ ਸੀਗੇ ਗੋਪਾਲ ਕ੍ਰਿਸ਼ਨ ਖੋਖਲੇ ਸੀ। ਅਕਸਰ ਇਹ ਕੁਐਸਚਨ ਪੁੱਛਿਆ ਜਾਂਦਾ ਹੈ। ਇਸ ਤੋਂ ਇਲਾਵਾ A.N. ਸਿਨਹਾ, ਡਾਕਟਰ ਰਜਿੰਦਰ ਪ੍ਰਸਾਦ, J.B. ਕ੍ਰਿਪਲਾਨੀ ਅਤੇ ਬ੍ਰਿਜ ਕਿਸ਼ੋਰ ਇਹ ਮਹਾਤਮਾ ਗਾਂਧੀ ਦੇ ਸਾਰੇ ਚੇਲੇ ਸੀ। ਅਗਲਾ ਪ੍ਰਸ਼ਨ ਹੈ ਗੇਟਵੇ ਆਫ ਇੰਡੀਆ ਕਿਸ ਦੀ ਯਾਦ ਦੇ ਵਿੱਚ ਬਣਾਇਆ ਗਿਆ ਸੀ?
ਦੂਜੇ ਵਿਸ਼ਵ ਯੁੱਧ ਦੇ ਵਿੱਚ ਸ਼ਹੀਦ ਹੋਣ ਵਾਲੇ ਭਾਰਤੀ ਸੈਨਿਕਾਂ ਦੇ, ਪਹਿਲੇ ਵਿਸ਼ਵ ਯੁੱਧ ਵਿੱਚ ਸ਼ਹੀਦ ਹੋਣ ਵਾਲੇ ਭਾਰਤੀ ਸੈਨਿਕਾਂ ਦੇ, ਜਾਂ ਜਾਰਜ ਪੰਜਵੇਂ ਤੇ ਰਾਣੀ ਮੈਰੀ ਦੀ ਯਾਦ ਵਿੱਚ, ਜਾਂ ਜਲਿਆਂਵਾਲੇ ਬਾਗ 'ਚ ਸ਼ਹੀਦ ਹੋਣ ਵਾਲੇ ਵਾਸਤੇ ਲੋਕਾਂ ਲਈ ਜੋ ਇਸ ਜਲਿਆਂਵਾਲੇ ਬਾਗ ਦੇ ਵਿੱਚ ਸ਼ਹੀਦ ਹੋਏ ਸੀ। ਤਾਂ ਗੇਟਵੇ ਆਫ ਇੰਡੀਆ ਜਿਹਨੂੰ ਮੁੰਬਈ ਕਿਹਾ ਜਾਂਦਾ ਹੈ, ਤਾਂ ਜਾਰਜ ਪੰਜਵੇਂ ਤੇ ਰਾਣੀ ਮੈਰੀ ਦੀ ਯਾਦ ਦੇ ਵਿੱਚ ਇਹ ਬਣਾਇਆ ਸੀਗਾ। ਆਪਸ਼ਨ ਏ ਦੀ ਰਾਈਟ ਆਨਸਰ ਆਏਗਾ। ਅਤੇ ਇੰਡੀਆ ਗੇਟ ਦਾ ਜਿਹੜਾ ਨੀਂਹ ਪੱਥਰ ਅਗਰ ਨੀਂਹ ਪੱਥਰ ਪੁੱਛ ਲਿਆ ਜਾਂਦਾ 1921 ਦੇ ਵਿੱਚ ਡਿਊਕ ਦੇ ਦੁਆਰਾ ਰੱਖਿਆ ਗਿਆ ਸੀਗਾ ਅਤੇ ਇਹ ਲਾਰਡ ਇਰਵਨ ਦੇ ਕਾਰਜਕਾਲ ਵਿੱਚ ਯਾਨੀ ਕਿ 1931 ਨੂੰ ਪੂਰਾ ਹੋਇਆ ਸੀ। ਤਾਂ ਇਸ ਦਾ ਜਿਹੜਾ ਡਿਜ਼ਾਈਨ ਸੀ ਉਹ ਸਰ ਐਡਵਿਨ ਨੇ ਤਿਆਰ ਕੀਤਾ ਸੀ ਅਤੇ ਪਹਿਲੇ ਸੰਸਾਰ ਯੁੱਧ 1914 1919 ਅਤੇ ਅੰਗਰੇਜ਼ ਅਫਗਾਨ ਯੁੱਧ 1919 ਦੇ ਵਿੱਚ ਜੋ ਸ਼ਹੀਦ ਹੋਣ ਵਾਲੇ ਭਾਰਤੀ ਅਤੇ ਅੰਗਰੇਜ਼ ਸੈਨਿਕਾਂ ਦੀ ਯਾਦ ਦੇ ਵਿੱਚ ਬਣਾਇਆ ਗਿਆ ਸੀ। ਅਤੇ ਇਹਦੇ ਵਿੱਚ ਜਿਹੜਾ ਬ੍ਰਿਟਿਸ਼ ਅਤੇ ਭਾਰਤੀ ਜੋ ਸ਼ਹੀਦ ਸੈਨਿਕ ਸੀਗੇ ਦੇ ਕੁੱਲ ਸੀ ਜਿਹੜੇ 13,516 ਨਾਮ ਸੀ ਜਿਹੜੇ ਲਿਖੇ ਗਏ ਸੀ। ਅਗਲਾ ਪ੍ਰਸ਼ਨ ਹੈ, ਭਾਰਤ ਦੇ ਵਿੱਚ ਪਹਿਲਾ ਅੰਗਰੇਜ਼ੀ ਕਿਲ੍ਹਾ ਕਿਹੜਾ ਸੀ? ਫੋਰਟ ਸੇਂਟ ਜਾਰਜ, ਫੋਰਟ ਰਿਪਨ, ਫੈਰਟ ਵਿਕਟੋਰੀਆ ਜਾਂ ਪ੍ਰਿੰਸ ਵੇਲਜ਼। ਤਾਂ ਭਾਰਤ ਵਿੱਚ ਪਹਿਲਾ ਅੰਗਰੇਜ਼ੀ ਜਿਹੜਾ ਕਿਲ੍ਹਾ ਸੀਗਾ ਉਹ ਫੋਰਟ ਸੇਂਟ ਜਾਰਜ ਸੀਗਾ ਅਤੇ 1644 ਈਸਵੀ ਮਦਰਾਸ ਦੇ ਵਿੱਚ ਅੰਗਰੇਜ਼ਾਂ ਦੁਆਰਾ ਇਸ ਨੂੰ ਬਣਾਇਆ ਗਿਆ ਸੀ। ਕਈ ਵਾਰ ਈਅਰ ਪੁੱਛ ਲਿਆ ਜਾਂਦਾ ਤਾਂ ਪਹਿਲਾ ਅੰਗਰੇਜ਼ੀ ਕਿਲ੍ਹਾ ਫੋਰਟ ਸੇਂਟ ਜਾਰਜ ਸੀਗਾ। ਕਿੱਥੇ ਸੀਗਾ? ਮਦਰਾਸ ਦੇ ਵਿੱਚ। ਕਦੋਂ ਬਣਾਇਆ ਗਿਆ ਸੀ? 1644 ਵਿੱਚ। ਕਿਹਨਾਂ ਦੁਆਰਾ ਬਣਾਇਆ ਗਿਆ ਸੀ? ਅੰਗਰੇਜ਼ਾਂ ਦੇ ਦੁਆਰਾ। ਤਾਂ ਅੰਗਰੇਜ਼ੀ ਕਿਲ੍ਹਾ ਸੀ ਤਾਂ ਅੰਗਰੇਜ਼ ਹੀ ਬਣਾਉਣਗੇ। ਤਾਂ ਇਸ ਤਰ੍ਹਾਂ ਇਹ ਕੁਐਸਚਨ ਇਹਦੇ ਵਿੱਚ ਬਣਦੇ ਆ। ਅਗਲਾ ਪ੍ਰਸ਼ਨ ਹੈ, ਬਲੂਤ, ਦਿਉਦਾਰ ਦੇ ਚੀਲ ਦੇ ਦਰਖਤ ਹੈ ਜਿਹੜੇ ਕਿੱਥੇ ਮਿਲਦੇ ਆ? ਇਹ ਦਰਖਤਾਂ ਦੇ ਨਾਮ ਨੇ ਬਲੂਤ, ਦਿਉਦਾਰ। ਇਹ ਪਹਿਲਾਂ ਨਹੀਂ ਸੁਣੇ ਹੋਣੇ। ਚੀਲ ਦਾ ਦਰਖਤ, ਚੀਲ ਦੀ ਲੱਕੜ, ਇਹ ਆਪਾਂ ਅਕਸਰ ਸੁਣਦੇ ਰਹਿੰਦੇ ਹਾਂ। ਮਾਨਸੂਨੀ ਜੰਗਲਾਂ 'ਚ, ਪਰਬਤੀ ਜੰਗਲਾਂ 'ਚ, ਮਾਰੂਥਲੀ ਜੰਗਲਾਂ 'ਚ ਜਾਂ ਫਿਰ ਜਵਾਰੀ ਜੰਗਲਾਂ ਦੇ ਵਿੱਚ। ਤਾਂ ਬਲੂਤ, ਦਿਉਦਾਰ ਅਤੇ ਚੀਲ ਇਹ ਜਿਹੜੇ ਦਰਖਤ ਨੇ ਇਹ ਪਰਬਤੀ ਜੰਗਲ ਦੇ ਵਿੱਚ ਮਿਲਦੇ ਆ। ਪਰਬਤੀ ਜੰਗਲਾਂ ਦੇ ਵਿੱਚ ਇਹ ਦਰਖਤ ਨੇ ਜਿਹੜੇ ਮਿਲਦੇ ਨੇ। ਅਗਲਾ ਪ੍ਰਸ਼ਨ ਹੈ, ਰਮਾਇਣ ਅਤੇ ਮਹਾਭਾਰਤ ਮਹਾਕਾਵ ਕਿਹੜੇ ਕਾਲ ਦੇ ਵਿੱਚ ਸੀ ਜਿਹੜੇ ਲਿਖੇ ਗਏ ਸੀ? ਗੁਪਤ ਕਾਲ, ਉੱਤਰ ਵੈਦਿਕ ਕਾਲ, ਪੱਥਰ ਯੁੱਗ ਜਾਂ ਫਿਰ ਵੈਦਿਕ ਕਾਲ ਦੇ ਵਿੱਚ। ਤਾਂ ਰਮਾਇਣ ਅਤੇ ਮਹਾਭਾਰਤ ਜੋ ਮਹਾਕਾਵ ਸੀਗੇ ਤਾਂ ਇਹ ਵੈਦਿਕ ਕਾਲ ਦੇ ਵਿੱਚ ਲਿਖੇ ਗਏ ਸੀਗੇ। ਰਮਾਇਣ ਜਿਹਦੇ ਵਿੱਚ 24,000 ਸ਼ਲੋਕ ਨੇ, ਇਸ ਦੀ ਰਚਨਾ ਸੀ ਜਿਹੜੀ ਰਿਸ਼ੀ ਵਾਲਮੀਕੀ ਨੇ ਕੀਤੀ ਸੀ ਅਤੇ ਮਹਾਭਾਰਤ ਦੀ ਰਚਨਾ ਸੀ ਜਿਹੜੀ ਰਿਸ਼ੀ ਵੇਦ ਵਿਆਸ ਨੇ ਕੀਤੀ ਸੀ। ਮਹਾਭਾਰਤ ਨੂੰ ਜਿਹੜਾ ਮਹਾਕਾਵ ਦੁਨੀਆ ਦਾ ਸਭ ਤੋਂ ਵੱਡਾ ਗ੍ਰੰਥ ਹੈ ਜਿਹੜਾ ਉਹ ਮੰਨਿਆ ਜਾਂਦਾ ਹੈ। ਮਹਾਭਾਰਤ ਮਹਾਕਾਵ ਦਾ ਜਿਹੜਾ ਮੁੱਢਲਾ ਨਾਮ ਸੀਗਾ ਉਹ ਜੈ ਸੰਹਿਤਾ ਸੀ, ਜਿਹਦੇ ਵਿੱਚ 1 ਲੱਖ ਤੋਂ ਵੱਧ ਸ਼ਲੋਕ ਨੇ। ਇਹ ਦੋਨੋਂ ਮਹਾਕਾਵ ਨੇ ਜਿਹੜੇ ਸੰਸਕ੍ਰਿਤ ਭਾਸ਼ਾ ਦੇ ਵਿੱਚ ਲਿਖੇ ਗਏ ਨੇ। ਅਕਸਰ ਲੈਂਗੁਏਜ ਦੇ ਕੁਐਸਚਨ ਪੁੱਛਿਆ ਜਾਂਦਾ ਹੈ। ਰਮਾਇਣ ਅਤੇ ਮਹਾਭਾਰਤ ਵਿੱਚ ਜੋ ਘਟਨਾਵਾਂ ਹੋਈਆਂ ਸੀ 1000 ਤੋਂ ਲੈ ਕੇ 700 ਈਸਵੀ ਪੂਰਵ ਦੇ ਵਿਚਕਾਰ, ਇਹਨਾਂ ਦੀ ਗ੍ਰੰਥਾਂ ਦੀ ਜਿਹੜੀ ਰਚਨਾ ਸੀ ਘਟਨਾਵਾਂ ਤੋਂ 1000 ਸਾਲ ਬਾਅਦ ਜਿਹੜੀ ਕੀਤੀ ਗਈ ਸੀ। ਅਗਲਾ ਪ੍ਰਸ਼ਨ ਹੈ, ਨਕਸ਼ੇ ਵਿੱਚ ਹਰਾ ਰੰਗ ਕੀ ਦਰਸਾਉਂਦਾ ਹੈ? ਪਰਬਤ, ਨਦੀ, ਪਠਾਰ ਜਾਂ ਫਿਰ ਮੈਦਾਨ। ਤਾਂ ਨਕਸ਼ੇ ਦੇ ਵਿੱਚ ਜਿਹੜਾ ਹਰਾ ਰੰਗ ਹੁੰਦਾ ਹੈ ਉਹ ਮੈਦਾਨ ਦਰਸਾਉਂਦਾ ਹੈ। ਅਤੇ ਪੀਲਾ ਰੰਗ ਪੁੱਛ ਲਿਆ ਜਾਵੇ ਤਾਂ ਉਹ ਉੱਚੀਆਂ ਥਾਵਾਂ ਹੁੰਦੀਆਂ ਨੇ। ਭੂਰਾ ਰੰਗ ਪਰਬਤਾਂ ਨਾਲ ਸੰਬੰਧ ਹੁੰਦਾ ਹੈ। ਚਿੱਟਾ ਰੰਗ ਬਰਫੀਲੇ ਪਹਾੜਾਂ ਨਾਲ ਅਤੇ ਹਰਾ ਰੰਗ ਮੈਦਾਨ ਨਾਲ। ਕੋਈ ਜ਼ਰੂਰੀ ਨਹੀਂ ਹੈ ਵੀ ਹਰਾ ਰੰਗ ਹੀ ਪੁੱਛਿਆ ਜਾਏਗਾ। ਪੀਲਾ ਵੀ ਪੁੱਛਿਆ ਜਾ ਸਕਦਾ ਹੈ, ਭੂਰਾ ਵੀ ਪੁੱਛਿਆ ਜਾ ਸਕਦਾ ਹੈ, ਚਿੱਟਾ ਵੀ ਪੁੱਛਿਆ ਜਾ ਸਕਦਾ ਹੈ। ਤਾਂ ਦੁਬਾਰਾ ਰਿਪੀਟ ਕਰ ਦਿੰਦੇ ਹਾਂ। ਹਰੇ ਰੰਗ ਤਾਂ ਆਪਾਂ ਨੂੰ ਪਤਾ ਹੀ ਲੱਗ ਗਿਆ, ਮੈਦਾਨ ਦਰਸਾਉਂਦਾ ਹੈ ਨਕਸ਼ੇ ਦੇ ਵਿੱਚ। ਪੀਲਾ ਰੰਗ ਉੱਚੀਆਂ ਥਾਵਾਂ, ਭੂਰਾ ਰੰਗ ਪਰਬਤ, ਚਿੱਟਾ ਰੰਗ ਬਰਫੀਲੇ ਪਹਾੜ। ਤਾਂ ਪ੍ਰਸ਼ਨ ਦੇ ਹਿਸਾਬ ਨਾਲ ਸੱਸਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, 40 ਸਰਦਾਰਾਂ ਦੀ ਟੋਲੀ ਦੀ ਸ਼ੁਰੂਆਤ ਹੈ ਜਿਹੜੀ ਕਿਸ ਨੇ ਕੀਤੀ ਸੀ? ਅਲਾਉਦੀਨ ਖਿਲਜੀ ਨੇ, ਬਲਬਲ ਨੇ, ਇਲਤੁਤਮਿਸ਼ ਨੇ ਜਾਂ ਫਿਰ ਬਾਬਰ ਨੇ। ਤਾਂ 40 ਸਰਦਾਰਾਂ ਦਾ ਸੰਘ ਵੀ ਕਹਿਤਾ ਜਾਂਦਾ ਹੈ
40 ਸਰਦਾਰਾਂ ਦੀ ਟੋਲੀ ਦੀ ਸ਼ੁਰੂਆਤ ਸੀ ਜਿਹੜੀ ਉਹ ਇਲਤੁਤਮਿਸ ਨੇ ਕੀਤੀ ਸੀ। ਆਪਸ਼ਨ ਈ ਡੀ ਰਾਈਟ ਆਨਸਰ ਆਏਗਾ। ਮੰਗੋਲ ਹਮਲੇ ਤੋਂ ਬਾਅਦ 1221 ਦੇ ਵਿੱਚ ਭਾਰਤ ਨੂੰ ਜਿਹੜਾ ਇਲਤੁਤਮਿਸ ਹੋਏ ਨੇ ਇਹਨਾਂ ਨੇ ਬਚਾਇਆ ਸੀ ਅਤੇ ਪ੍ਰਸ਼ਾਸਨ ਨੂੰ ਚੰਗੇ ਢੰਗ ਨਾਲ ਚਲਾਉਣ ਲਈ ਇਲਤੁਤਮਿਸ ਨੇ ਜਿਹੜਾ 40 ਅਮੀਰ ਸਰਦਾਰਾਂ ਨੂੰ ਨਿਯੁਕਤ ਕੀਤਾ ਸੀਗਾ, ਜਿਹਨੂੰ 40 ਕਿਹਾ ਜਾਂਦਾ ਸੀ ਅਤੇ ਇਸ ਨੂੰ ਖਾਤਮਾ ਜਿਹੜਾ ਕਰਨ ਵਾਲਾ ਸੀਗਾ ਇਸ ਗਰੁੱਪ ਨੂੰ 40 ਨੂੰ ਤਾਂ ਉਹ ਬਲਬਨ ਹੋਇਆ। ਅਤੇ ਲਹੂ ਅਤੇ ਲੋਹੇ ਦੀ ਨੀਤੀ ਅਕਸਰ ਪੁੱਛਿਆ ਜਾਂਦਾ ਕੁਐਸਚਨ ਦੇ ਵਿੱਚ, ਐਗਜ਼ਾਮ ਦੇ ਵਿੱਚ। ਮੰਗੋਲ ਹਮਲਿਆਂ ਅਤੇ ਅੰਦਰੂਨੀ ਸ਼ਾਂਤੀ ਲਈ ਲਹੂ ਅਤੇ ਲੋਹੇ ਦੀ ਨੀਤੀ ਹੈ ਜਿਹੜੀ ਅਪਣਾਈ ਗਈ ਸੀ। ਤਾਂ ਇਹ ਸਾਰੇ ਇਹਦੇ ਵਿੱਚ ਜਿਹੜੇ ਕੁਐਸਚਨ ਹੈ ਉਹ ਬਣਦੇ ਆ। ਸੋ ਦੋਸਤੋ ਅਗਲੇ ਭਾਗ ਦੇ ਅਗਲੇ ਮੋਸਟ ਇੰਪੋਰਟੈਂਟ ਕੁਐਸਚਨ ਸੀ। ਕੰਟੀਨਿਊ ਤੁਹਾਨੂੰ ਵੀਡੀਓ ਜਿਹੜੀ ਉਹ ਪ੍ਰੋਵਾਈਡ ਕਰਦੇ ਰਹਾਂਗੇ। ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਅਤੇ ਅੱਗੇ ਵੱਧ ਤੋਂ ਵੱਧ ਗਰੁੱਪਾਂ ਦੇ ਵਿੱਚ ਸ਼ੇਅਰ ਜ਼ਰੂਰ ਕਰਦਿਆ ਕਰੋ। ਸੋ ਮਿਲਦੇ ਹਾਂ ਜੀ ਅਗਲੇ ਭਾਗ ਦੇ ਵਿੱਚ ਅਗਲੇ ਨਵੇਂ ਪ੍ਰਸ਼ਨਾਂ ਨਾਲ। ਉਹ ਤੱਕ ਲਈ ਧੰਨਵਾਦ।